Hello everyone, welcome you all in your own channel Learn Everything. सो आप कर इसी मैट्रिक्स एंड डिटर्मिनेंट वो नैक्सट आप करेंगे रैंक ऑफ मैट्रिक्स वेरी इंपॉर्टेंट टॉपिक मास्टर केडर जिहदे क्वेश्चन बनता है सो कंप्लीट कवर करांगे इस टॉपिक नू फर्स्ट ऑफ ऑल वट इज़ द रैंक ऑफ मैट्रिक्स वी नो दैट सब मैट्रिक्स ऑफ अ गिवन मैट्रिक्स ए इज आइजर द मैट्रिक ऑफ ए इटसेल्फ और अ मैट्रिक्स obtained फ्रॉम ए आफ्टर डिलीटिंग सम रो एंड कॉलम की सब मैट्रिक्स की होंगी ਜਿਹੜੀ ਆ ਗਿਵਨ ਮੈਟ੍ਰਿਕਸ ਜਾਂ ਤਾਂ ਉਹ ਮੈਟ੍ਰਿਕਸ ਹੋਏਗੀ ਏ ਆਪ ਹੀ ਹੋ ਸਕਦੀ ਆ ਜਾਂ ਫਿਰ ਉਹਦੇ ਵਿੱਚ ਤੁਸੀਂ ਤਾਂ ਰੋ ਨੂੰ ਥੋੜੀਆਂ ਰੋ ਜ਼ੀਰੋ ਕਰ ਦਿੰਦੇ ਕਾਲਮ ਜ਼ੀਰੋ ਉਹਨਾਂ ਤੋਂ ਮਿਲ ਕੇ ਬਣ ਸਕਦੀ ਉਹਦੀ ਸਬ ਮੈਟ੍ਰਿਕਸ ਹੋ ਗਈ ਦ ਡਿਟਰਮੀਨੈਂਟ ਆਫ ਐਨ ਆਰ ਰੋਡ ਸਕੇਅਰ ਸਬ ਮੈਟ੍ਰਿਕਸ ਹੁਣ ਸਕੇਅਰ ਸਬ ਮੈਟ੍ਰਿਕਸ ਦੀ ਮਤਲਬ ਉਹ 'ਚ ਆਰ ਰੋ ਹੈਗੀਆਂ ਨੇ ਆਫ ਮੈਟ੍ਰਿਕਸ ਏ ਇਜ਼ ਕਾਲਡ ਮਾਈਨਰ ਉਹਦਾ ਮਾਈਨਰ ਬਣ ਜਾਏਗਾ ਜਿਹਦਾ ਆਰਡਰ ਕੀ ਹੋਏਗਾ ਆਰ ਆਫ ਏ ਤੇ every r root minor of a is 0 then every minor of order higher than r is also 0 जे every r root minor a ਦਾ 0 है ना तो हर minor ਜਿਹੜਾ ਉਹਦਾ ਹਾਇਰ ਆਰਡਰ ਦਾ ਵੀ ਕੀ ਹੋਏਗਾ 0 ਹੁਣ ਅਸੀਂ ਡਿਫਾਈਨ ਕਰਾਂਗੇ ਰੈਂਕ ਨੂੰ ਰੈਂਕ ਕੀ ਆ ਦੇਖੋ ਇਹ ਨੰਬਰ r is said to be rank of non zero matrix ਸਭ ਤੋਂ ਪਹਿਲਾਂ ਉਹਨੇ non zero matrix ਦੀ ਗੱਲ ਕੀਤੀ ਆ ਉਹਦਾ ਜਿਹੜਾ ਨੰਬਰ r ਆ ਉਹਨੂੰ ਆਪਾਂ ਕਵਾਂਗੇ ਇੱਕ ਨੰਬਰ r ਆ ਉਹਨੂੰ ਆਪਾਂ ਰੈਂਕ ਕਦੋਂ ਕਵਾਂਗੇ ਉਸ non zero matrix ਦਾ ਜੇ ਪਹਿਲੀ ਗੱਲ ਉੱਥੇ ਇੱਕ ਐਗਜ਼ਿਸਟ ਕਰੇ ਐਟਲੀਸਟ ਮਾਈਨਰ ਆਫ ਆਰਡਰ ਆਰ ਇੱਕ ਮਾਈਨਰ ਐਗਜ਼ਿਸਟ ਕਰੇ ਕਿੰਨਾ ਹੋਵੇ ਉਹਦਾ ਆਰਡਰ ਆਰ ਆਫ ਏ ਵਿਚ ਡਜ਼ ਨਾਟ ਵੈਨਿਸ਼ ਜਿਹਨੂੰ ਖਤਮ ਨਹੀਂ ਕੀਤਾ ਜਾਂਦਾ ਫॉर एग्जांपल ਤੁਸੀਂ ਇੱਕ ਰੋ ਖਤਮ ਕਰਤੀ ਦੋ ਐਟਲੀਸਟ ਇੱਕ ਤਾਂ ਬਚਦੀ ਪਈ ਨਾ ਠੀਕ ਹੈ ਐਵਰੀ ਮਾਈਨਰ ਆਫ ਆਰਡਰ ਆਰ ਪਲੱਸ 1 ਤੇ ਉਸ ਤੋਂ ਉੱਪਰ ਵਾਲੇ ਸਾਰੇ ਵੈਨਿਸ਼ ਹੋਣ ਜਿਹਦਾ ਫॉर एग्जांपल ਇਹ ਆਰਡਰ 3x3 ਦਾ ਨਾ ਹੁਣ ਐਟਲੀਸਟ ਮੰਨ ਲਓ ਵਿੱਚ 2x2 ਬਚਦਾ ਠੀਕ ਹੈ ਯਾਨੀ ਤਾਂ ਉੱਪਰ ਵਾਲੇ ਕੀ ਆ ਖਤਮ ਹੀ ਹੋ ਗਏ ਮਤਲਬ ਕਿ ਰੈਂਕ ਕੀ ਆ ਮਤਲਬ ਉਸ ਆਰ ਜਿਹੜਾ ਇੱਕ ਆਰ ਨੂੰ ਆਪਾਂ ਰੈਂਕ ਕਦੋਂ ਕਿਹਾ ਜਦੋਂ ਐਟਲੀਸਟ ਇੱਕ ਉਹ ਮਾਈਨਰ ਹੈਗਾ ਆਰ ਜਿਹੜਾ ਵੈਨਿਸ਼ ਨਹੀਂ ਕੀਤਾ ਜਾ ਸਕਦਾ ਤੇ ਉਸ ਤੋਂ ਉੱਪਰ ਵਾਲੇ ਐਵਰੀ ਮਾਈਨਰ ਆਫ ਆਰਡਰ ਆਰ ਪਲੱਸ 1 ਉਸ ਤੋਂ ਉੱਪਰ ਵਾਲੇ ਜਿਹੜੇ ਉਹ ਕੀ ਆ ਵੈਨਿਸ਼ ਹੋ ਗਏ ਜਦੋਂ ਤੁਸੀਂ ਜਦੋਂ ਤੁਹਾਨੂੰ ਮੈਂ ਇਹਨੇ ਸਾਰੇ ਕੁਐਸਚਨ ਪ੍ਰੈਕਟਿਸ ਕਰਾਣੇ ਉੱਥੋਂ ਵੀ ਤੁਹਾਨੂੰ ਕਲੀਅਰ ਹੋ ਜਾਣਗੇ ਕਈਆਂ ਨੂੰ ਨਹੀਂ ਕਲੀਅਰ ਹੁੰਦੀ ਡੈਫੀਨੇਸ਼ਨ ਠੀਕ ਹੈ ਬਟ ਕੁਛ ਨਹੀਂ ਹੈਗੀ ਸਿੰਪਲ ਆ ਤਾਂ ਰੈਂਕ ਆਫ ਮੈਟ੍ਰਿਕਸ ਇਹਨੂੰ ਇਹਦਾ ਨਿਸ਼ਾਨ ਇਹ ਹੁੰਦਾ ਰੈਂਕ ਦਿਸ ਇਜ਼ ਅ ਰੋ ਟਾਈਪ ਸਾਈਨ ਹੈਗਾ ਦਿਸ ਇਜ਼ ਅ ਰੋ ਗ੍ਰੀਕ ਵਰਡ रो ए इक्वल टू आर सो रैंक ऑफ ए मैट्रिक्स क्या आ जाएगा आर जो एटलीस्ट एक माइनर बचता पिया ऑर्डर आर का ठीक है उन्होंने आप बोलिया रैंक अनदर डेफिनेशन द रैंक ऑफ नॉन जीरो मैट्रिक्स इज द लार्जेस्ट ऑर्डर ऑफ एनी नॉन वैनिशिंग माइनर ऑफ मैट्रिक्स मतलब कि किसी भी नॉन जीरो मैट्रिक्स का जो रैंक हैगा ना वो कि वो लार्जेस्ट ऑर्डर आ ऑफ एनी नॉन वैनिशिंग मतलब वो माइनर तुम वैनिश नहीं कर सकते ठीक है उन्होंने ही रैंक कहांगे फ्रॉम अबव डेफिनेशन द रैंक ऑफ मैट्रिक्स दी ऑफ दैट रैंक जो ऑफ जीरो मैट्रिक्स इज जीरो यानी कि जीरो वाले का तो फिर जीरो ही हो गया ना सारे माइनर ही खत्म हो गए ऑर्डर आर दे जीरो मैट्रिक्स का रैंक जीरो नॉन सिंगुलर मैट्रिक्स ऑफ ऑर्डर एन जो नॉन सिंगुलर हैगी आ नॉन सिंगुलर मतलब डिटर्मिनेंट इज नॉट इक्वल टू जीरो तो वह जो ऑर्डर जे एन है रैंक भी की होएगा एन सिंपल जी गल तो रैंक ऑफ ए लैस दैन इक्वल टू आर ਹੁਣ ਲੈਸ ਦੈਨ ਇਕੁਅਲ ਟੂ ਆਰ ਤੁਸੀਂ ਆਪ ਸੋਚੋ ਇਕੁਅਲ ਟੂ ਆਰ ਜਾਂ ਉਸ ਤੋਂ ਲੈਸ ਕਦੋਂ ਹੋਏਗਾ ਜਿਸ ਤੋਂ ਉੱਪਰ ਵਾਲੇ ਉਹਦੇ ਮਾਈਨਰ ਕੀ ਹੋ ਗਏ ਵੈਨਿਸ਼ ਹੋ ਗਏ ਇਹ ਤਾਂ ਆਪਾਂ ਡੈਫੀਨੇਸ਼ਨ 'ਚ ਕਰਕੇ ਆਏ ਆ ਅਤੇ ਗ੍ਰੇਟਰ ਦੈਨ ਕਦੋਂ ਹੋਏਗਾ ਜਦੋਂ ਵੈਨਿਸ਼ ਨਹੀਂ ਹੋਏ ਤਾਂ ਹੀ ਨਾ ਮਤਲਬ ਉੱਪਰ ਵਾਲੇ ਰੈਂਕ ਉੱਪਰ ਵਾਲੇ ਹੱਦ ਤੱਕ ਐਗਜ਼ਿਸਟ ਕਰਦੇ ਪਏ ਆ ਮਾਈਨਰਸ ਹੈ ਨਾ ਸੋ ਇਸ ਕਰਕੇ ਅੱਗੇ ਇਹਦੇ ਜਿੰਨੇ ਵੀ ਥਿਊਰਮਸ ਹੈਗੀਆਂ ਇੰਪੋਰਟੈਂਟ ਹੈਗੀਆਂ ਕੁਐਸਚਨ ਉਹਨਾਂ 'ਚੋਂ ਬਣ ਸਕਦਾ ਜਿੱਦਾਂ ਫਸਟ ਹੀ ਲਿਖੀ ਹੋਈ ਆ ਪ੍ਰੂਵ ਦੈਟ ਰੈਂਕ ਆਫ ਟਰਾਂਸਪੋਜ਼ ਆਫ ਮੈਟ੍ਰਿਕਸ ਇਜ਼ ਸੇਮ ਦੈਟ ਆਫ ਰੈਂਕ ਆਫ ਓਰੀਜਨਲ ਮੈਟ੍ਰਿਕਸ ਯਾਨੀ ਕਿ ਪੇਪਰ 'ਚੋਂ ਤੁਹਾਨੂੰ ਇੱਕ ਮੈਟ੍ਰਿਕਸ ਦਿੰਦਾ ਉਹ ਦੱਸਦਾ ਇਹਦਾ ਰੈਂਕ ਕਿੰਨਾ ਆ ਟਰਾਂਸਪੋਜ਼ ਦਾ ਪੁੱਛ ਲੈਂਦਾ ਕੋਈ ਫਰਕ ਨਹੀਂ ਪੈਣਾ ਜੋ ਮੈਟ੍ਰਿਕਸ ਦਾ ਰੈਂਕ ਹੈਗਾ ਟਰਾਂਸਪੋਜ਼ ਦਾ ਵੀ ਉਹੀ ਰੈਂਕ ਰਹੇਗਾ ਨੈਕਸਟ ਦੇਖੋ ਇਹ ਤੁਸੀਂ ਨਾਲ ਨੋਟਸ ਬਣਾਈ ਜਾਓ ਐਂਡ ਤੱਕ ਵੀਡੀਓ 'ਚ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਏਗਾ ਕੋਈ ਪ੍ਰੋਬਲਮ ਨਹੀਂ ਹੈਗੀ ਪ੍ਰੂਵ ਦੈਟ ਨੈਕਸਟ ਹੈਗਾ ਰੈਂਕ ਲੈਮਡਾ ਏ ਫॉर एग्जांपल ਤੁਸੀਂ ਉਹਨੂੰ ਕਿਸੇ ਨॉन ਜ਼ੀਰੋ ਸਕੇਲਰ ਨਾਲ ਮਲਟੀਪਲਾਈ ਕਰਦੇ ਹੋ ਤਾਂ ਵੀ ਰੈਂਕ ਨੂੰ ਕੋਈ ਫਰਕ ਨਹੀਂ ਪੈਂਦਾ ਰੈਂਕ ਉਨਾ ਹੀ ਰਹਿੰਦਾ ਦੇਖੋ ਰੈਂਕ ਆਫ ਏ ਇਜ਼ ਇਕੁਅਲਸ ਟੂ ਰੈਂਕ ਆਫ ਲੈਮਡਾ ਏ ਕੋਈ ਫਰਕ ਨਹੀਂ ਪੈਣਾ ਉਹਨੂੰ ਮਲਟੀਪਲਾਈ ਕਰ ਦਿਓ ਕਿਸੇ ਨਾਲ ਰੈਂਕ ਉਨੇ ਦਾ ਉਨਾ ਹੀ ਰਹਿਣਾ ਇਹ ਡੈਰੀਵੇਸ਼ਨ ਕਿਸੇ ਨੇ ਕਰਨੀ ਆ ਦੇਖ ਲਓ ਮੈਂ ਤਾਂ ਇਹ ਨਹੀਂ ਕਰਵਾ ਰਹੀ ਮੈਂ ਜਸਟ ਤੁਹਾਨੂੰ ਦੱਸਣਾ ਇਹ 'ਚੋਂ ਕੀ ਇੰਪੋਰਟੈਂਟ ਆ ਤੁਸੀਂ ਨੋਟ ਕੀ ਕਰਨਾ ਹੈ जो साढ़े पेपर लिए इंपॉर्टेंट है दूसरा ए इज़ एनारोड नॉन सिंगुलर मैट्रिक्स का तो इनवर्स का भी रैंक की रहेगा वही रहेगा एडजॉइंट का भी की रहेगा वो देखो भावें ट्रांसपोज लै लो ठीक है भावें तुम उन्होंने किसी स्केलर ना मल्टीप्लाई कर दो इनवर्स लै लो एडजॉइंट लै लो कोई फर्क नहीं पैंदा रैंक उन्ने का उन्ना ही रहिंदा ये पेपर च आ सकता वो तुहानूं एक मैट्रिक्स का रैंक दे देगा एडजॉइंट का पुछ लेगा उन्होंने तुसीं उत्थे एडजॉइंट कड्ढन बैठोगे इन्ना लंबा बस नहीं सानूं प्रॉपर्टी पता कि जे रैंक का मैट्रिक्स जो मैट्रिक्स का रैंक हैगा उहदे एडजॉइंट का भी रैंक उही ही रहिंदा है ठीक है कंडीशन की है एक नॉन सिंगुलर मैट्रिक्स होनी चाहिए क्लीयर ये नोट करी जाओ पॉइंट इन्हें तुम इदा भी लिख सकते ना एक ए का मैट्रिक्स रैंक हैगा रो सॉरी गलत हो गया देखो एक मैट्रिक्स लै लो रो ए हैगा रैंक लै लो आर ठीक है लै लिया रो ए रैंक कितना आर दैन हुण की होएगा जेदा आर है ना तो एडजॉइंट ऑफ ए कॉमा लैमडा ए मल्टीप्लाई कर दो किसी या फिर वह इनवर्स लै लो उन्होंने भी रैंक की रहेगा आर
ਸਿੰਪਲ ਨੋਟਸ ਬਣ ਗਏ। ਸੋ ਇੱਦਾਂ ਬਣਾ ਲਓ। ਹੁਣ ਅਸੀਂ ਰੈਂਕ ਕੱਢਣਾ ਸਿੱਖਦੇ ਕਿੱਦਾਂ ਕਰਦੇ। ਪੇਪਰ 'ਚ ਕੁਐਸਚਨ ਆਇਆ ਸੀਗਾ, ਜਦੋਂ ਮੈਂ ਸਾਰੇ ਕੁਐਸਚਨ ਇੱਕੋ ਨਾਲ ਕਰਵਾਉਣੇ ਆ, ਤੇ ਫਿਰ ਤੁਹਾਨੂੰ ਨਾਲ ਹੀ ਦੱਸ ਦੇਣੇ ਆ, ਠੀਕ ਹੈ। ਟੈਸਟ ਹੀ ਹੋ ਜਾਏਗਾ ਤੁਹਾਡਾ, ਤੇ ਨਾਲ ਪ੍ਰਿਪੇਅਰ ਕਰੀ ਜਾਓ। ਨੈਕਸਟ ਹੈਗਾ ਡਿਟਰਮਾਈਨ ਦਾ ਰੈਂਕ ਆਫ ਈਚ ਆਫ ਦਾ ਫੋਲੋਇੰਗ ਮੈਟ੍ਰਿਕਸ। ਹੁਣ ਦੇਖੋ, ਹੁਣੇ ਤਾਂ ਆਪਾਂ ਪੜ੍ਹਿਆ ਰੈਂਕ ਕਿ ਜਿਹੜਾ ਐਟਲੀਸਟ ਇੱਕ ਮਾਈਨਰ ਬਚਦਾ ਆ, ਠੀਕ ਹੈ, ਉਹਦਾ ਰੈਂਕ ਹੋਏਗਾ, ਪਰ ਉਹ ਤੋਂ ਹਾਇਰ ਵਾਲੇ ਕੀ ਹੋਣੇ ਚਾਹੀਦੇ, ਫਿਰ ਵੈਨਿਸ਼। ਪਹਿਲਾਂ ਆਪਾਂ ਕਰਕੇ ਦੇਖ ਲੈਣੇ ਕਿੰਨੇ ਕੁ ਵੈਨਿਸ਼ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਡਿਟਰਮੀਨੈਂਟ ਚੈੱਕ ਕਰਨਾ ਆਪਾਂ ਕਿ ਨੋਨ ਜ਼ੀਰੋ ਹੈ ਕਿ ਜ਼ੀਰੋ ਹੈ। ਸਭ ਤੋਂ ਪਹਿਲਾਂ ਦੇਖਿਆ, ਡਿਟਰਮੀਨੈਂਟ ਚੈੱਕ ਕੀਤਾ, ਉਹ ਨੋਨ ਜ਼ੀਰੋ ਹੈਗਾ, ਦੈਟ ਮੀਨਸ ਇਹ ਕਿਹੜੀ ਮੈਟ੍ਰਿਕਸ ਹੈਗੀ, ਨੋਨ ਸਿੰਗੂਲਰ। ਤੇ ਹੁਣ ਆਪਾਂ ਪੜ੍ਹਿਆ ਸੀ ਜਿਹੜੀ ਨੋਨ ਸਿੰਗੂਲਰ ਮੈਟ੍ਰਿਕਸ ਹੁੰਦੀ ਹੈ ਉਹਦੇ ਲਈ ਕੀ ਹੁੰਦਾ, ਉਹਦਾ ਜੋ ਆਰਡਰ ਹੋਵੇ ਉਹੀ ਰੈਂਕ ਹੁੰਦਾ। ਜਦੋਂ ਹੁਣ ਇਹ 3x3 ਦੀ ਆ, 3 ਰੋ ਆ, 3 ਕਾਲਮ, 3x3 ਦੀ ਆ, ਸੋ ਦਾ ਰੈਂਕ ਵੀ ਕੀ ਹੋ ਜਾਏਗਾ 3। ਸੋ ਇਹਦੇ ਕਿਸ 'ਚ ਆਪਾਂ ਰੈਂਕ ਲਿਖਾਂਗੇ, ਇਹਦਾ ਰੈਂਕ ਕਿੰਨਾ ਆ ਜਾਏਗਾ 3। ਦੇਖੋ ਨੈਕਸਟ, ਇਹ ਦੇਖੋ ਰੈਂਕ ਇਹਦਾ ਕਿੰਨਾ ਆ ਗਿਆ 3, ਕਿਉਂਕਿ ਨੋਨ ਸਿੰਗੂਲਰ ਆ। ਹੁਣੀ ਤਾਂ ਪੜ੍ਹਿਆ ਨੋਨ ਸਿੰਗੂਲਰ ਜੇ ਕੋਈ ਮੈਟ੍ਰਿਕਸ ਆ, ਜੋ ਉਹਦਾ ਆਰਡਰ ਹੋਏਗਾ ਉਹੀ ਉਹਦਾ ਰੈਂਕ ਹੋਏਗਾ। ਨੈਕਸਟ ਆਪਾਂ ਚੈੱਕ ਕੀਤੀ, ਰੈਂਕ ਆ ਗਿਆ ਹੁਣ 0। ਨੈਕਸਟ ਮੈਟ੍ਰਿਕਸ ਦਾ ਨਾ ਆਪਾਂ ਦੇਖਣਾ ਸੀਗਾ, ਸਭ ਤੋਂ ਪਹਿਲਾਂ ਆਪਣਾ ਕੰਮ ਕੀ ਆਪਾਂ ਚੈੱਕ ਕਰਨਾ ਉੱਥੇ ਡਿਟਰਮੀਨੈਂਟ ਆਉਂਦਾ ਇਕੁਅਲ ਟੂ 0 ਕਿ ਨਹੀਂ। ਜੇ ਤਾਂ ਇਕੁਅਲ ਟੂ 0 ਨਹੀਂ ਆਉਂਦਾ ਤਾਂ ਸਿੰਪਲੀ ਜੋ ਉਹਦਾ ਆਰਡਰ ਉਹੀ ਰੈਂਕ। ਬਟ ਹੁਣ ਕੀ ਦੇਖਿਆ, ਡਿਟਰਮੀਨੈਂਟ ਆ ਗਿਆ 0। ਹੁਣ ਡਿਟਰਮੀਨੈਂਟ ਆ ਗਿਆ 0, ਦੈਟ ਮੀਨਸ ਆਪਾਂ ਉਹਦੇ ਵਿੱਚੋਂ ਕੋਈ 2x2 ਦੀ ਮੈਟ੍ਰਿਕਸ ਚੱਕ ਲੈਣੀ ਆ, ਕੋਈ ਲੋਅਰ ਮਾਈਨਰ ਆਰਡਰ ਦੀ ਚੱਕ ਲਓ, ਹੈ ਨਾ। ਤੇ ਪਹਿਲਾਂ ਤਾਂ 3x3 ਦੀ ਤੁਸੀਂ ਤੋਂ ਮਾਈਨਰ ਵਾਲਾ ਆਰਡਰ ਬਣਾ ਲਓ, 2x2 ਦੀ ਕੋਈ ਵਿੱਚੋਂ ਮੈਟ੍ਰਿਕਸ ਚੱਕ ਲਓ, ਜਿੱਦਾਂ ਇਹ 2 3 ਐਂਡ 3 6 ਲੈ ਲਿਆ, ਠੀਕ ਹੈ। ਉਹਦਾ ਫਿਰ ਡਿਟਰਮੀਨੈਂਟ ਚੈੱਕ ਕਰੋ, ਡਿਟਰਮੀਨੈਂਟ ਨਾਟ ਇਕੁਅਲ ਟੂ 0। ਇਹਦਾ ਮਤਲਬ ਹੁਣ ਨਾਟ ਇਕੁਅਲ ਟੂ 0 ਮਤਲਬ ਇਹ ਕਿੰਨੇ ਦੀ ਹੈ, 2x2 ਦੀ ਆ, ਯਾਨੀ ਕਿ 2x2 ਦੀ ਮੈਟ੍ਰਿਕਸ ਹੈਗੀ, ਰੈਂਕ ਇਹਦਾ ਜੋ ਇਹਦਾ ਆਰਡਰ ਹੋਏਗਾ ਉਹ ਆ ਗਿਆ, ਰੈਂਕ ਕਿੰਨਾ ਹੋ ਗਿਆ 2। ਕਲੀਅਰ ਹੈ ਨਾ, ਸਿੰਪਲ ਹੈਗਾ। ਹੋਰ ਕੁਐਸਚਨ ਬਥੇਰੇ ਪ੍ਰੈਕਟਿਸ ਕਰਨੇ ਆ, ਤੁਹਾਨੂੰ ਕਲੀਅਰ ਹੋ ਜਾਏਗਾ, ਡੋਂਟ ਵਰੀ। ਨੈਕਸਟ ਦੇਖੋ, ਇਹ ਵਾਲੀ ਮੈਟ੍ਰਿਕਸ ਆਪਾਂ ਚੱਕੀ, ਡਿਟਰਮੀਨੈਂਟ ਚੈੱਕ ਕੀਤਾ, ਉਹ ਕਿੰਨਾ ਆ ਗਿਆ ਸਾਡੇ ਕੋਲ 0, ਠੀਕ ਹੈ। ਫਿਰ ਇੱਦਾਂ ਕੋਈ ਹੋਰ ਚੱਕ ਲਓ, ਇਹ ਦੇਖੋ ਇਹਨੂੰ ਚੱਕ ਲਓ 2 4 3 6, ਅਗੇਨ ਇਹਦਾ ਚੈੱਕ ਕਰੋ, 6 ਦੁਨੀਆ 12, 4 3 12, 12 - 12 12 - 12 0, ਠੀਕ ਹੈ। 6 2 12, 4 3 12, ਡਿਟਰਮੀਨੈਂਟ ਚੈੱਕ ਕੀਤਾ, ਫਿਰ ਅਗੇਨ 0 ਆ ਗਿਆ। ਹੁਣ ਕੀ ਬਚ ਗਿਆ, ਇੱਕੋ ਹੀ ਬਚ ਗਿਆ। ਫਿਰ ਉਹਦਾ ਆਰਡਰ ਰੈਂਕ ਕਿੰਨਾ ਬਚ ਗਿਆ 1, ਕਿਉਂਕਿ 2 ਵਾਲੀ ਵੀ ਖਤਮ ਹੋ ਗਈ, ਮਤਲਬ 2 ਵਾਲੇ ਦਾ ਵੀ ਡਿਟਰਮੀਨੈਂਟ 0 ਆ ਗਿਆ। ਹੁਣ ਇੱਕੋ ਹੀ ਬਚ ਗਿਆ, 1 ਹੀ ਰੋ ਬਚੇਗੀ, ਹੁਣ ਉਹਦਾ ਕਿਹੜਾ 0 ਆ ਜਾਣਾ। ਸੋ ਇਹਦਾ ਰੈਂਕ ਕਿੰਨਾ ਆ ਗਿਆ 1। ਸੋ ਇਹ ਸਿੰਪਲ ਹੈਗੇ ਨੇ, ਕੁਛ ਔਖਾ ਨਹੀਂ ਹੈਗਾ। ਇਹ ਦੇਖੋ ਕੁਐਸਚਨ, ਇਹ ਦੇਖਦੇ ਹਾਂ। ਹੁਣ ਇਹਦਾ ਸਭ ਤੋਂ ਪਹਿਲਾਂ ਡਿਟਰਮੀਨੈਂਟ ਚੈੱਕ ਕਰ ਲਓ, ਡਿਟਰਮੀਨੈਂਟ ਚੈੱਕ ਕੀਤਾ, ਨਾਟ ਇਕੁਅਲ ਟੂ 0, ਨਾਟ ਇਕੁਅਲ ਟੂ 0, ਫਿਰ ਠੀਕ ਹੈ, ਜਿੰਨਾ ਇਹਦਾ ਆਰਡਰ ਹੈਗਾ 3x3 ਦੀ ਮੈਟ੍ਰਿਕਸ ਹੈਗੀ, ਰੈਂਕ ਵੀ ਕਿੰਨਾ ਆ ਗਿਆ 3। ਨੈਕਸਟ ਮੈਟ੍ਰਿਕਸ ਚੈੱਕ ਕੀਤੀ, ਡਿਟਰਮੀਨੈਂਟ ਆ ਗਿਆ 0। ਹੁਣ ਵਿੱਚੋਂ ਕੋਈ 2 ਵਾਲੀ ਚੱਕ ਲਓ, ਇਹਨੂੰ ਚੱਕ ਲਓ 3 2 ਦਾ 6 - 1, ਨਾਟ ਇਕੁਅਲ ਟੂ 0, ਇਹਦਾ ਮਤਲਬ ਰੈਂਕ ਕਿੰਨਾ ਆ ਗਿਆ 2। ਬਟ ਜੇ ਇਹ ਵਾਲਾ ਇਕੁਅਲ ਟੂ 0 ਆਉਂਦਾ, ਫਿਰ ਰੈਂਕ ਕਿੰਨਾ ਆ ਜਾਣਾ ਸੀ, ਨੀਚੇ ਵਾਲਾ 1 ਆ ਜਾਣਾ ਸੀ, ਠੀਕ ਹੈ। ਨੈਕਸਟ ਦੇਖੋ, ਲੈਟ ਇਹ ਤੁਹਾਨੂੰ ਦਿੱਤਾ ਹੋਇਆ ਆ, ਠੀਕ ਹੈ। ਡਿਟਰਮੀਨੈਂਟ ਚੈੱਕ ਕੀਤਾ, ਕਿੰਨਾ ਆ ਗਿਆ 0, ਠੀਕ ਹੈ। ਅਗੇਨ ਤੁਸੀਂ ਕੀ ਕਰੋਗੇ, ਇਹਨਾਂ ਦਾ ਵੀ ਅਗੇਨ ਚੈੱਕ ਕਰ ਲੋਗੇ, 12 3 ਦਾ 36 - 9 4 ਦਾ 36, ਅਗੇਨ 0 ਬਣ ਗਿਆ। 2x2 ਵਾਲੀ ਵੀ 0 ਬਣ ਗਈ, ਵਿੱਚੋਂ ਕੋਈ ਮਾਈਨਰ ਆਰਡਰ ਚੱਕਿਆ ਤੁਸੀਂ 2x2 ਵਾਲਾ, ਉਹ ਵੀ 0, ਤਾਂ ਫਿਰ ਇੱਕੋ ਹੀ ਬਚ ਗਿਆ, ਰੈਂਕ ਇਹਦਾ ਕਿੰਨਾ ਆ ਗਿਆ 1। ਨੈਕਸਟ ਦੇਖੋ, ਰੈਂਕ ਆਫ ਮੈਟ੍ਰਿਕਸ, ਇਹ ਦੇਖੋ ਡਾਇਗਨਲ ਐਲੀਮੈਂਟ ਹੈਗੇ ਨੇ ਸਿਰਫ। ਸੋ ਇਹਦੇ ਵਿੱਚ ਮਤਲਬ ਕਿ ਇਹ ਡਾਇਗਨਲ ਮੈਟ੍ਰਿਕਸ ਹੈ, ਡਿਟਰਮੀਨੈਂਟ ਨਾਟ ਇਕੁਅਲ ਟੂ 0, ਪ੍ਰੋਡਕਟ ਆਫ ਡਾਇਗਨਲ ਐਲੀਮੈਂਟ 8 ਆਏਗਾ, ਯਾਨੀ ਕਿ ਤੁਸੀਂ ਨਹੀਂ ਵੀ ਨਾ ਤੁਹਾਨੂੰ ਇੱਦਾਂ ਦਾ, ਤੁਸੀਂ ਡਿਟਰਮੀਨੈਂਟ ਚੈੱਕ ਕਰ ਲਿਓ, ਨਾਟ ਇਕੁਅਲ ਟੂ 0 ਆ ਜਾਏਗਾ। ਇਹਦਾ ਮਤਲਬ ਰੈਂਕ ਕੀ ਹੋ ਜਾਏਗਾ, ਜਿੰਨਾ ਉਹਦਾ ਆਰਡਰ ਕਿੰਨਾ ਆ 3x3। ਸੋ ਰੈਂਕ ਕਿੰਨਾ ਆ ਗਿਆ 3। ਨੈਕਸਟ, ਵਟ ਇਜ਼ ਦਾ ਰੈਂਕ ਆਫ ਮੈਟ੍ਰਿਕਸ। ਹੁਣ ਦੇਖੋ ਇਹ ਵਾਲੀ ਮੈਟ੍ਰਿਕਸ ਦਾ ਤੁਸੀਂ ਕਿੱਦਾਂ ਫਾਈਂਡ ਆਊਟ ਕਰੋਗੇ ਨਾ। ਇਹ 2x4 ਦੀ ਸਾਡੇ ਕੋਲ ਮੈਟ੍ਰਿਕਸ ਹੈਗੀ ਆ, ਇਹਦੇ ਵਿੱਚ ਕੁਛ ਵੀ ਨਹੀਂ ਕਰਨਾ, ਤੁਸੀਂ ਕੋਈ ਸੇਮ ਆਰਡਰ ਦੀ ਮੈਟ੍ਰਿਕਸ ਵਿੱਚੋਂ ਚੱਕ ਲਓ, ਜਿੱਦਾਂ 2x2 ਦੀ ਬਣਾ ਲਓ, ਇਹ ਬਣ ਜਾਏਗੀ 2x2 ਦੀ, ਉਹਦਾ ਚੈੱਕ ਕਰੋ ਡਿਟਰਮੀਨੈਂਟ ਨਾਟ 0, ਇਹ 2x2 ਦੀ ਸੀ। ਹੁਣ ਜਿਹੜਾ ਆ ਇਹ ਇੱਥੋਂ ਤਾਂ ਸਾਨੂੰ ਇਹ ਪਤਾ ਲੱਗ ਗਿਆ ਕਿ ਇਹ ਨਾਟ 0 ਹੈਗਾ, ਯਾਨੀ ਇਹ ਪੋਜੈਸ ਕਰੇਗਾ ਨੋਨ 0 ਮਾਈਨਰ ਆਫ ਆਰਡਰ, ਮਤਲਬ ਇਹਦਾ ਰੈਂਕ ਕੀ ਹੋਏਗਾ, ਇਹ ਦਾ ਗ੍ਰੇਟਰ ਦੈਨ ਇਕੁਅਲ ਟੂ 2, ਜਿਹੜਾ 2 ਜਾਂ ਤੋਂ ਗ੍ਰੇਟਰ ਦੈਨ। ਇਹ ਡਜ਼ ਨਾਟ ਪੋਜੈਸ ਐਨੀ ਮਾਈਨਰ ਆਰਡਰ 3, ਹੁਣ 2 ਤੋਂ ਵੱਡਾ ਕੀ ਹੋਏਗਾ 3, ਬਟ ਇਹ 'ਚ ਤਾਂ ਕੋਈ 3x3 ਦੀ ਮੈਟ੍ਰਿਕਸ ਹੀ ਹੈ ਨਹੀਂ। ਸੋ ਇਸ ਕਰਕੇ ਇੱਥੋਂ ਕੀ ਸਾਨੂੰ ਪਤਾ ਲੱਗ ਗਿਆ ਕਿ ਲੈਸ ਦੈਨ ਇਕੁਅਲ ਟੂ 2। ਇਹਨਾਂ ਦੋਨਾਂ ਨੂੰ ਕੰਪੇਅਰ ਕਰੋ ਆਪਸ ਦੇ ਵਿੱਚ, ਕੀ ਆ ਗਿਆ, ਰੈਂਕ ਆਫ ਇਹ ਕਿੰਨਾ ਆ ਗਿਆ 2 ਆ ਗਿਆ, ਸਿੰਪਲ ਹੈਗਾ। ਨੈਕਸਟ ਸੇਮ ਇੱਦਾਂ ਹੈਗਾ, ਕੋਈ 2x2 ਦੀ ਚੱਕ ਲਓ, 10 ਡਿਟਰਮੀਨੈਂਟ ਚੈੱਕ ਕੀਤਾ, ਨਾਟ ਇਕੁਅਲ ਟੂ 0, ਇੱਥੇ ਸਿੱਧਾ ਕਲੀਅਰ ਹੁੰਦਾ, ਰੈਂਕ ਕਿੰਨਾ ਆ ਗਿਆ 2, ਸਿੰਪਲੀ। ਡਿਟਰਮਾਈਨ ਦਾ ਰੈਂਕ ਆਫ ਈਚ ਆਫ ਮੈਟ੍ਰਿਕਸ। ਹੁਣ ਇਹਦਾ ਦੱਸੋ ਤੁਸੀਂ, ਇਹਦਾ ਕੀ ਆਏਗਾ, ਇੱਕ ਹੀ ਰੋ ਹੀ ਹੈਗੀ ਆ, ਇਹਨੂੰ ਕਿੱਦਾਂ 0 ਲਿਖ ਸਕਦੇ ਕਿਸੇ ਤਰ੍ਹਾਂ, ਨਹੀਂ, ਡਿਟਰਮੀਨੈਂਟ ਇਹੀ ਵਾਲਾ ਹੈਗਾ। ਸੋ ਇਹਦੇ ਵਿੱਚ ਕੀ ਆ ਜਾਏਗਾ, ਰੈਂਕ ਕਿੰਨਾ ਆ ਜਾਏਗਾ, ਇਹਦਾ 1 ਆ ਜਾਏਗਾ, ਠੀਕ ਹੈ। ਸੋ ਇਹਦੇ ਵਿੱਚ ਕੇਸ 'ਚ ਰੈਂਕ ਕਿੰਨਾ ਆ ਗਿਆ 1, ਠੀਕ ਹੈ। ਜਿੱਦਾਂ ਇਹਦੇ 'ਚ ਇਹਨੇ 1x1 ਦੀ ਬਣਾ ਲਈ, ਠੀਕ ਹੈ। ਇਹ ਵੈਸੇ ਮੈਟ੍ਰਿਕਸ ਕਿਹੜੀ ਸੀ, ਇੱਕ ਰੋ ਸੀ, ਇਹ 'ਚ 3 ਕਾਲਮ ਸੀ, ਇਹ 'ਚ 1x1 ਦੀ ਲੈ ਲਈ, ਦੈਟ ਇਜ਼ ਨਾਟ ਇਕੁਅਲ ਟੂ 0, ਡਿਟਰਮੀਨੈਂਟ ਰੋ ਰੈਂਕ ਕਿੰਨਾ ਆ ਗਿਆ 1। ਇਹਦੀ ਇਹ 'ਚ 2x2 ਦੀ ਬਣਾ ਲਓ, 4 1 ਦਾ 4 ਐਂਡ 4 2 2 ਦਾ 4, ਇਹ 1x, ਦੇਖੋ ਇਹਦੇ ਵਿੱਚ 2x2 ਦਾ ਵੀ 0 ਬਣ ਗਿਆ, ਫਿਰ ਇੱਕ 1 ਹੀ ਬਚ ਗਿਆ, ਰੈਂਕ ਆਫ ਇਹ ਕਿੰਨਾ ਆ ਗਿਆ 1।
फाइंड द रैंक ऑफ ए बी बी ए प्लस बी। सिंपल होंगे, देखो ए बी का रैंक क्या है ना, पहले ए तो बी नू मल्टीप्लाई करके एक मैट्रिक्स बना लो। मल्टीप्लाई तो तुहानू आंदी है ना, ये सारियां 0 0 0 आ गया, तो आप पढ़िया जी 0 मैट्रिक्स होएगा उसदा रैंक भी की होएगा 0। सो उत्थे तुसीं ये भुलेखा नहीं खाना, जे ए बी क्या ए बी की मल्टीप्लाई करके रैंक कर लो, बी ए की मल्टीप्लाई करके कर लो, ए प्लस बी ए तो बी नू प्लस करके जी मैट्रिक्स बनेगी। प्लस करना आंदा ना, फर्स्ट एलीमेंट फर्स्ट सैकेंड थर्ड थर्ड, यदि सारे प्लस करके एक मैट्रिक्स बन जानी, उसका रैंक तुसीं कर लेना। ठीक है, वो तुसीं करके मैनू कमेंट बॉक्स दस दिओ। फाइंड ए पता करना, सो दैट रैंक ऑफ मैट्रिक्स इज लैस दैन 3। देखो उन्हें दस दिता इसका रैंक की है, लैस दैन 3 है, मतलब 3 तो छोटा, मतलब ਇਹਦਾ रैंक जोड़ा आ लैस दैन 3 है, यानी कि ਇਹਦਾ मतलब की होया फिर हुण 3 तो छोटा, यानी कि जो पहली बारी आपां ਇਹਦਾ डिटर्मिनेंट कढ़िया होना, वो की आ गया होना 0। मतलब वो क्वेश्चन पुट करने का तरीका देखो, उन्हें मतलब क्वेश्चन नू थोड़ा मतलब देख तुहाडी एबिलिटी चैक की, मैंटल एबिलिटी की तुहानू कॉन्सैप्ट क्लीयर आ। उन्हें बोलिया कि ए फाइंड आउट करो जेदा रैंक लैस दैन 3, इवन 3 क्रॉस 3 की मैट्रिक्स है, जे तो डिटर्मिनेंट नॉट इक्वल टू 0 होंदा फिर तो रैंक 3 आ जाना ही। जे 3 तो छोटा आया होगा, क्यों? क्योंकि इसका पहली बार डिटर्मिनेंट क्या आया होगा 0। सो सिंपल है, डिटर्मिनेंट तुसीं किहदे इक्वल टू रख देना है 0 रख देना। डिटर्मिनेंट 0 रखता, ए दी वैल्यू आ गई 0, एक आ गई 3। तुसीं वो दोनों ते एक बारी 0 पुट करके एक बारी 3 पुट करके तुसीं अगे उहदा रैंक जिहड़ा है वो चैक कर सकते हो। ये विच उन्हें बाद क्या सी, फाइंड ए सो दैट रैंक ऑफ मैट्रिक्स, ऑल्सो बाद उन्हें क्या ही फाइंड द रैंक फॉर दीज वैल्यू ऑफ ए। तुसीं ए दी वैल्यू पुट करके रैंक कढ लिओ, रैंक का तुहानू आंदा कढना। ठीक है, नैक्सट देखो कुछ थ्योरम्स है। ए इज़ एन रोड स्केयर मैट्रिक्स ऑफ रैंक n-1, मतलब ये एन रो है स्केयर मैट्रिक्स है, रैंक वह की है n-1, एक घाटा। तो एडजॉइंट शो दैट एडजॉइंट ऑफ ए नॉट इक्वल टू 0। हम शो नहीं तुसीं याद रखना, दैट मीनस उसका एडजॉइंट क्या नॉट इक्वल टू 0 है। ठीक है, ये एज इट इज़ थ्योरम याद रखनी। ए इज़ अ नॉन जीरो कॉलम मैट्रिक्स, बी नॉन जीरो रो मैट्रिक्स, शो दैट रैंक ऑफ ए बी 1। जे ए तुहाडे कोल एक कॉलम मैट्रिक्स आ, बी एक रो मैट्रिक्स आ, तो दोनों की मल्टीप्लाई का रैंक की आएगा 1 आएगा। अपने को लैके भी प्रूव कर सकते हो। ए तो बी कोई स्केयर मैट्रिक्स है, ऑर्डर है वह एन, तो हुण ये की आ, जे ए तो बी दोनों का रैंक सेम है ना, तो वो ए बी जी मल्टीप्लाई का रैंक भी की होगा सेम। इदा होना पेपर किसी वे डायरैक्ट उन्हें दिता होना, ए तो बी दोनों का रैंक दस देना कि इन्ना इन्ना है, उन्हें कहना ए बी का रैंक दसो, सिंपल आ, उन्ना ही रहना है। ठीक है, उत्थे कढ़न नहीं पैना तुसीं। ये थ्योरम्स बहुत इंपॉर्टेंट होंगे, ज़्यादातर क्वेश्चन इन्हां चों आ जाते हैं। प्रूव दैट एवरी स्क्यू मैट्रिक्स, ये वेरी वेरी इंपॉर्टेंट हैगी है ये थ्योरम। एवरी स्क्यू मैट्रिक्स ऑफ ऑड ऑर्डर हैज़ अ रैंक लैस दैन इट्स ऑर्डर, कि ਜਿਹੜੀਆਂ भी स्क्यू सिमेट्रिक पता है ना, ਇਹਦਾ ट्रांसपोज इक्वल टू माइनस ए कितना है ना, जिन्नियां भी स्क्यू सिमेट्रिक मैट्रिक्स होंदियां, ऑर्डर जे होवे ਉਹਦਾ ऑड ऑर्डर समझते हैं ना, जे ਉਹਦਾ ऑर्डर ओड होवे तो ਉਹਦਾ रैंक ਜਿਹੜਾ हमेशा ਉਹਦੇ ऑर्डर तो की ਹੁੰਦਾ घट ਹੁੰਦਾ। दिस इज़ वेरी इंपॉर्टेंट, बहुत इंपॉर्टेंट रिजल्ट आ कि हर स्क्यू सिमेट्रिक मैट्रिक्स ਲਈ, ठीक है, ਜਿਹਦਾ ऑर्डर ऑड होवे ਉਹਦਾ रैंक ਉਹਦੇ ऑर्डर तो की ਹੁੰਦਾ लैस ਹੁੰਦਾ, रैंक लैस दैन इट्स ऑर्डर। नैक्सट इज़ प्रूव दैट इंटरचेंजिंग ऑफ प्योर ऑफ रो और मैट्रिक्स, तुसीं रो या रो मैट्रिक्स के रो आपस इंटरचेंज कर लेंगे हो, उन्होंने रैंक से कोई फर्क नहीं पैंदा, जिदा मर्जी चेंज करो तुसीं चेंज करके भी जी मैट्रिक्स बनाओगे वह रैंक भी की रहेगा सेम रहेगा। ठीक है, ये देखो डज नॉट अल्टर, मतलब चेंज नहीं करते। लास्ट ये भी बहुत इंपॉर्टेंट आ, तुसीं मल्टीप्लाई कर दिओ एलीमेंट ऑफ रो नू मैट्रिक्स बाय नॉन जीरो नंबर, इन्ना भी मैट्रिक्स नहीं चेंज होंदी। आप पहला भी किया ना, किसी स्केलर नाल मल्टीप्लाई भी कर दो कोई फर्क नहीं पैना, वही रहना। प्रूव दैट एडिशन ऑफ एलीमेंट ऑफ एनी रो ऑफ मैट्रिक्स कॉरस्पॉन्डिंग टू एलीमेंट ऑफ अदर रो मल्टीप्लाई बाय ए नंबर, जो तुसीं किसी होर रो दे विच प्लस भी कर दो ना, ऐड कर दो जी किसी मल्टीप्लाई करके आई किसी नंबर ना, उन्ना भी रैंक से कोई फर्क नहीं पैंदा। यानी मल्टीप्लाई एडिशन इन्हां सब चीज़ों रो नू इंटरचेंज करना, रैंक से कोई फर्क नहीं पैंदा। ये तुहानूं उत्थे क्वेश्चन वाइज आउणगे। एलीमेंटरी रो ट्रांसफॉर्मेशन, रो की ट्रांसफॉर्मेशन एलीमेंटरी जिहड़े ऑपरेशन लगाने करा लो, फिर भी इन्हें कोई फर्क नहीं पैना। नैक्सट है ये प्रूव द प्री मल्टीप्लिकेशन पोस्ट मल्टीप्लाई जे भी कर दिओ, ठीक है, एलीमेंटरी में से उन्ना भी रैंक नहीं चेंज होंदा, सो इन्हां चीज़ों का कोई फर्क नहीं पैंदा। ठीक है, नैक्सट देखते हैं आप इक्विवेलेंट मैट्रिक्स। वैन एन एलीमेंटरी ट्रांसफर अप्लाई करते तुसीं ट्रांसफॉर्मेशनस लगाने हैं, देयर रिजल्ट द रिजल्ट ऑफ मैट्रिक्स ऑफ सेम ऑर्डर हैव सेम रैंक आंदा, द रिजल्टेंट मैट्रिक्स में आप कहते इक्विवेलेंट मैट्रिक्स है। ठीक है, टू अ गिवन मैट्रिक्स एंड यूज उन्होंने सिंबल असीं इदा याद यूज़ करते हैं इक्विवेलेंटली। ठीक है, हैज़ द सेम ऑर्डर तो सेम रैंक, इक्विवेलेंट मतलब सेम ऑर्डर एंड सेम रैंक। हुण गल करते हैं रैंक आप पता करना इक्विवेलेंट मैट्रिक्स वो कितना फाइंड आउट करते हैं। लैट ए कोई गिवन मैट्रिक्स का रैंक फाइंड आउट करना, सब तो पहला यूज़ रो या कॉलम ट्रांसफॉर्मेशन। ठीक है, कितनियां नॉन जीरो जीरो रोज़ है, फिर डिवाइड द फर्स्ट रो बाय दिस एलीमेंट इफ इट नॉट 1, फिर सबट्रैक्ट, ये सारे स्टैप है ने, तुहानूं ये इन्ना लंबा प्रोसीजर नहीं आना, तुहानूं मेन जिहड़ियां इहदा मैं क्वेश्चन दस दिंदी हां। चलो ए मैट्रिक्स ते बी है दोनों उन्हें बोलिया इक्विवेलेंट है, तो तुसीं
ਇਹਨੇ ਸੌਰੀ ਇਹਦੇ ਵਿੱਚ ਪੁੱਛਿਆ ਹੈ ਕਿ ਆਰ ਮੈਟ੍ਰਿਕਸ A ਐਂਡ B ਆਰ ਇਕੁਵਲੈਂਟ। ਦੇਖੋ ਸਾਨੂੰ ਇਹ ਪਤਾ ਦੋ ਮੈਟ੍ਰਿਕਸ ਇਕੁਵਲੈਂਟ ਕਦੋਂ ਹੋਣੀ ਹੈ, ਜਦੋਂ ਉਹਨਾਂ ਦਾ ਆਰਡਰ ਵੀ ਸੇਮ ਹੋਵੇ, ਰੈਂਕ ਵੀ। ਹੁਣ ਆਰਡਰ ਤੇ ਚੈੱਕ ਕਰ ਲਓ, ਵੀ 2x2 ਆ, ਇਹ ਵੀ 2x2 ਆ, ਆਰਡਰ ਤਾਂ ਸੇਮ ਆ, ਰੈਂਕ ਚੈੱਕ ਕਰ ਲਈਏ, ਰੈਂਕ ਚੈੱਕ ਕਰ ਲੈਂਦੇ ਆ। ਜਿੰਨੀਆਂ ਨॉन ਜ਼ੀਰੋ ਹੋਈਆਂ, ਸਿੰਪਲ ਹੁੰਦਾ ਦੇਖੋ नॉन ਜ਼ੀਰੋ ਵੀ ਗਿਣ ਲਿਆ ਕਰੋ। ਜੇ ਜ਼ੀਰੋ ਬਣਾਉਣ ਦੀ ਇੱਥੇ ਕੋਸ਼ਿਸ਼ ਕਰੋ, ਪਹਿਲਾਂ ਐਲੀਮੈਂਟਰੀ ਟਰਾਂਸਫੋਰਮੇਸ਼ਨਸ ਲਗਾਈਆਂ, ਠੀਕ ਹੈ, ਉਹੀ ਸਟੈਪ ਹੁੰਦਾ ਨੂੰ ਪੂਰਾ ਪਤਾ ਚੱਲ ਜਾਏਗਾ। ਐਲੀਮੈਂਟਰੀ ਟਰਾਂਸਫੋਰਮੇਸ਼ਨਸ ਲੈ ਕੇ ਤੁਸੀਂ ਕੀ ਕਰਨਾ, ਪਹਿਲਾਂ ਇਹਦਾ ਜਿੰਨੀਆਂ ਜ਼ੀਰੋਜ਼ ਕ੍ਰੀਏਟ ਹੁੰਦੀਆਂ ਜ਼ੀਰੋ ਬਣਾ ਲਓ ਤੇ नॉन ਜ਼ੀਰੋ ਰੋਜ਼ ਦੇਖ ਲਓ। ਹੁਣ ਇਹ 'ਚ नॉन ਜ਼ੀਰੋ ਰੋ ਕਿੰਨੀ, ਇੱਕੋ ਹੀ ਆ, ਇਹਦਾ ਰੈਂਕ ਕਿੰਨਾ ਆ ਗਿਆ 1। ਇਹਦੇ ਵਿੱਚ ਦੇਖਿਆ नॉन ਜ਼ੀਰੋ ਰੋ ਕਿੰਨੀ ਆ ਗਿਆ 2, ਸੋ ਇਹਦਾ ਰੈਂਕ ਕਿੰਨਾ ਆ ਗਿਆ 2। ਰੈਂਕ ਦੋਨਾਂ ਦਾ ਸੇਮ ਨਹੀਂ ਹੈਗਾ ਨਾ, ਸੋ A ਤੇ B ਇਕੁਵਲੈਂਟ ਨਹੀਂ ਹੋਣਗੇ। ਸਿੰਪਲ ਆ, ਰੈਂਕ ਚੈੱਕ ਕਰਨਾ। ਰੈਂਕ ਦੇਖੋ, ਰੈਂਕ ਆਪਾਂ ਇੱਦਾਂ ਵੀ ਚੈੱਕ ਕਰ ਸਕਦੇ ਹੁੰਦੇ ਹਾਂ। ਤੁਸੀਂ नॉन ਜ਼ੀਰੋ ਰੋ ਦੇਖਣੀਆਂ ਕਿੰਨੀਆਂ, ਠੀਕ ਹੈ, ਜਿੰਨੀਆਂ नॉन ਜ਼ੀਰੋ ਰੋ ਹੋਣਗੀਆਂ ਉਨਾ ਹੀ ਤੁਹਾਡਾ ਕੀ ਹੋਏਗਾ ਰੈਂਕ। ਜੇ ਤੁਹਾਨੂੰ ਪੇਪਰ 'ਚ ਮੰਨ ਲਓ ਕੋਈ ਮੈਟ੍ਰਿਕਸ ਦਿੰਦਾ 0 2 3 3 4 5 0 0 0, नॉन ਜ਼ੀਰੋ ਕਿੰਨੀਆਂ ਹੈਗੀਆਂ ਨੇ 2, ਰੈਂਕ ਵੀ ਕਿੰਨਾ ਹੋਣਾ 2। ਜਿੰਨੀਆਂ नॉन ਜ਼ੀਰੋ ਮੈਟ੍ਰਿਕਸ ਹੋਣਗੀਆਂ ਉਹਦਾ ਰੈਂਕ ਪਹਿਲਾਂ ਡਿਟਰਮੀਨੈਂਟ ਜ਼ਰੂਰ ਚੈੱਕ ਕਰ ਲੈਣਾ ਤੁਸੀਂ। ਜ਼ੀਰੋ ਇਹ ਪਰ ਇਹ ਵੀ ਹੁੰਦਾ ਆ, ਜਿੱਦਾਂ ਹੁਣ ਤੁਸੀਂ ਬੋਲੋਗੇ ਕਿ ਇਹਦੇ ਵਿੱਚ ਤਾਂ ਇੱਦਾਂ ਨਹੀਂ ਹੈਗਾ, ਵੇਟ ਇਹਦੇ ਵਿੱਚ ਤਾਂ ਆਪਾਂ ਡਿਟਰਮੀਨੈਂਟ, ਉਹਦੇ ਵਿੱਚ ਕੀ ਕਰਦੇ, ਇਹਦੇ ਵਿੱਚ ਆਪਾਂ ਕੀ ਕਰਦੇ ਸੀ, ਆਪਾਂ ਇੱਕ ਮੈਥਡ ਲਗਾ ਰਹੇ ਸੀ। ਤੁਸੀਂ ਜੇ नॉन ਜ਼ੀਰੋ ਰੋ ਵਾਈਜ਼ ਚੈੱਕ ਕਰਨਾ ਨਾ, ਉਹਦੇ ਲਈ ਕੀ ਕਰਨਾ ਤੁਸੀਂ, क्वेश्चन दे दो, ये वाला क्वेश्चन हैगा, जिन्नियां जीरो क्रिएट कर सकते कर लेनियां पहला आप ट्रांसफॉर्मेशन ला के R1 - R2, ये तुसीं +2 च कीता होना ना, जिदा ये भी है किन्नियां जीरो बना सकते हैं, ठीक है। ਉਹਦੇ ਅਕੋਰਡਿੰਗ ਜਿੱਦਾਂ ਹੁਣ ਇਹ ਦੇਖੋ, ਇਹ ਵਾਲੀ ਆ ਨਾ 3 3 ਦਾ 9, ਤੁਸੀਂ ਇਸ ਸਾਰੀ ਨੂੰ 3 ਨਾਲ ਮਲਟੀਪਲਾਈ ਕਰਕੇ ਇਹ 'ਚੋਂ ਮਾਈਨਸ ਕਰ ਦਿਓ, ਸਾਰੇ ਇੱਥੇ 0 0 ਬਣ ਜੂਗੇ, ਠੀਕ ਹੈ। ਇੱਦਾਂ ਹੀ ਇਹ ਜਦੋਂ ਆਏਗਾ ਇਹਦੇ 'ਚ ਵੀ ਕੋਈ ਪ੍ਰੋਸੀਜਰ ਕਰਕੇ 0 0 ਬਣ ਜਾਣਗੇ। ਸੋ ਜਿੰਨੀਆਂ ਜ਼ੀਰੋ ਬਣ ਗਈਆਂ ਉਹ ਬਣਾ ਲੈਣੀਆਂ, ਉਸ ਤੋਂ ਬਾਅਦ ਇਹਨਾਂ ਕੀ ਕਰ, ਉਹਦੇ ਵਿੱਚੋਂ ਇੱਕ ਤੁਹਾਡੇ ਕੋਲ नॉन ਜ਼ੀਰੋ ਬਚ ਗਈ ਹੋਣੀ ਕੋਈ, ਤਾਂ ਉਹ ਕੀ ਹੋ ਜਾਏ ਟਰਾਂਸਫੋਰਮੇਸ਼ਨ। ਤੁਸੀਂ ਐਲੀਮੈਂਟਰੀ ਟਰਾਂਸਫੋਰਮੇਸ਼ਨ ਤੇ ਅਪਲਾਈ ਤਾਂ ਕਰਕੇ ਦੇਖਣਾ, ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ। ਕੁਝ ਜ਼ਿਆਦਾ ਇਹਦੇ ਵਿੱਚ ਕੁਛ ਟਫ ਨਹੀਂ ਹੈਗਾ। ਜਿੱਦਾਂ ਤੁਸੀਂ ਨਾ ਦੇਖੋ, ਇਹਨੂੰ ਦੇਖੋ, ਇਹਦੇ ਵਿੱਚੋਂ ਇਹਨੂੰ ਮੈਂ ਘਟਾ ਦੇਵਾਂ ਮਲਟੀਪਲਾਈ ਕਰਕੇ 2 ਨਾ, ਜਾਂ ਪਲੱਸ ਕਰ ਦੇਵਾਂ ਸੌਰੀ, ਇੱਦਾਂ ਇਹਦੇ ਵਿੱਚ ਇਹਨੂੰ ਮੈਂ 3 ਨਾਲ ਇਹਨੂੰ ਮਲਟੀਪਲਾਈ ਕਰਕੇ ਇਹ ਦੋਨੇ ਤਾਂ 0 0 ਬਣ ਜਾਣਗੇ, ਆਹੀ ਬਚ ਗਈ, ਤਾਂ ਰੈਂਕ ਕਿੰਨਾ ਬਚ ਗਿਆ 1। ਸੋ ਜਿੰਨੀਆਂ नॉन ਜ਼ੀਰੋ ਬਚਦੀਆਂ ਨਾ ਉਹ ਵੀ ਅਸੀਂ ਉਹਦਾ ਵੀ ਰੈਂਕ ਫਾਈਂਡ ਆਊਟ ਕਰ ਸਕਦੇ ਹਾਂ, ਕੁਛ ਔਖਾ ਨਹੀਂ ਹੈਗਾ ਇਹਦੇ ਵਿੱਚ। ਸੋ ਆਪਾਂ ਉੱਥੇ ਹੀ ਚੱਲਦੇ ਹਾਂ। ਸੋ ਇਹਦੇ ਵਿੱਚ ਨਹੀਂ ਕੀਤਾ, ਪਹਿਲਾਂ ਟਰਾਂਸਫੋਰਮੇਸ਼ਨਸ ਲਗਾ ਕੇ ਜ਼ੀਰੋ ਕ੍ਰੀਏਟ ਕੀਤੀਆਂ, ਜਿੱਦਾਂ R2 ਤੇ ਆਪਰੇਸ਼ਨ ਲਾਤਾ, R2 + 2 R1, ਇਹਨੂੰ 2 ਨਾਲ ਮਲਟੀਪਲਾਈ ਕਰਕੇ ਇਹਦੇ ਵਿੱਚ ਪਲੱਸ ਕਰਤਾ, ਇੱਥੇ 0 ਬਣ ਗਈ ਹੈ। ਸੋ नॉन ਜ਼ੀਰੋ ਇੱਕੋ ਹੀ ਬਚ ਗਈ, ਸੋ ਦਾ ਰੈਂਕ ਕਿੰਨਾ ਆ ਗਿਆ 1, ठीक है। रैंक 1 आ गया, ਇਹਦਾ रैंक कितना आ गया 2, क्योंकि दो नॉन ਜ਼ੀਰੋ बचदियाँ, होर ਜ਼ੀਰੋ बना नहीं सकते, तो इक्विवेलेंट नहीं होणगियां, सिंपल। नैक्सट, प्रूव दैट द रैंक ऑफ प्रोडक्ट ऑफ टू मैट्रिक्स कैन नॉट एक्सीड द रैंक ऑफ आइदर मैट्रिक्स। देखो बहुत इंपॉर्टेंट पॉइंट हैगा कि दो मैट्रिक्स ਨੂੰ ਤੁਸੀਂ ਪ੍ਰੋਡਕਟ ਕਰ ਦਿਓ, ਲੈਟਸ ਸੇ ਇੱਕ A ਆ ਇੱਕ B ਆ, ਤੁਸੀਂ ਦੋਨਾਂ ਦਾ ਪ੍ਰੋਡਕਟ ਕੀ, ਇਹਦਾ ਰੈਂਕ ਕੁਛ ਹੈਗਾ ਹੈ ਨਾ, ਲੈਟਸ ਸੇ ਇਹਦਾ ਵੀ ਰੈਂਕ ਹੈ ਨਾ, ਜਿਹੜਾ ਪ੍ਰੋਡਕਟ ਕਰਕੇ ਆਏਗੀ ਨਾ A B ਮੈਟ੍ਰਿਕਸ ਦਾ ਰੈਂਕ, ਉਹ ਕਦੀ ਵੀ ਇਹ ਨਾ ਸੋਚ ਲਿਓ ਕਿ ਇਹ ਤੋਂ ਵੱਧ ਜਾਏਗਾ, ਨਾ ਉਹ ਤੋਂ ਵੱਧ ਨਹੀਂ ਸਕਦਾ, ਇਹਦੇ ਬਰਾਬਰ ਰਹਿ ਸਕਦਾ। ਜਦੋਂ ਨਹੀਂ ਬਰਾਬਰ ਤੁਸੀਂ ਕਰਕੇ ਆਏ, ਜੇ ਅਲੱਗ ਅਲੱਗ ਘੱਟ ਸਕਦਾ ਬਟ ਵੱਧ ਨਹੀਂ ਸਕਦਾ। ਪ੍ਰੂਵ ਦੈਟ ਰੈਂਕ ਆਫ ਪ੍ਰੋਡਕਟ ਆਫ ਟੂ ਮੈਟ੍ਰਿਕਸ ਕੈਨ ਨਾਟ ਐਕਸੀਡ ਦ ਰੈਂਕ ਆਫ ਆਈਦਰ ਮੈਟ੍ਰਿਕਸ। ਉਹਨਾਂ ਮੈਟ੍ਰਿਕਸ ਦੇ ਰੈਂਕ ਤੋਂ ਪ੍ਰੋਡਕਟ ਦਾ ਰੈਂਕ ਕਦੀ ਵੀ ਨਹੀਂ ਵਧੇਗਾ। ਇਹ ਬਹੁਤ ਇੰਪॉर्टेंट पॉइंट है, याद रखना, ठीक है, यानी कि वो घट रहेगा, ठीक है। मिनिमम ऑफ A एंड B, ये नोट कर लेना, कई बार ये पूछ लेंगे विच ऑफ द फॉलोइंग इज करैक्ट। नोट जे तो नोट लिखा ना ध्यान, ये सारा मैं BSc की बुक जो लिया है, ठीक है, बिकॉज मैंने दूसरिया बुक्स के रेलिवेंट नहीं लगा इन्ना, सो ये असीं टॉपिक चुक्या सारा। नैक्सट, रैंक ऑफ मैट्रिक्स डज नॉट अल्टर बाय प्री, ये तो कर लेना प्री पोस्ट मल्टीप्लीकेशन ਲਈ कभी भी रैंक अल्टर नहीं ਹੁੰਦਾ, ठीक है। सिमिलरली वी कैन प्रूव दैट पोस्ट मल्टीप्लीकेशन बाय नॉन सिंगुलर, मैं ये भी भावें प्री मल्टीप्लाई करो भावें पोस्ट मल्टीप्लाई करो, कोई फर्क नहीं पैना इनू। रो एंड कॉलम रैंक ऑफ मैट्रिक्स, लेट ए बी एनी मैट्रिक्स, रो रैंक ऑफ ए रिटन एज, इनू इदा लिखते हैं, इनू डिफाइन एज द नंबर, किन्नियां नॉन जीरो रो हैगियां, इन द रो एक्वलन फॉर्म आप 0 0 जो बना लेनी। इहदी कॉलम दे विच किन्ने नॉन जीरो कॉलम हैगे ने, ये हमेशा बराबर ही रहिंदा है, ठीक है। रिड्यूस टू द न्यू एक्वलन फॉर्म, इहदे विच की करना हुंदा, आपां जिन्नियां जीरो बना सकते हैं, जिन्नियां जीरो बना सकते हैं उन्नियां आपां जीरो जिहड़ियां ओह बना लैणियां, ठीक है। इनू बोलदे एक्वलन फॉर्म बन गई। हुण देखो इहदे विच नॉन जीरो किन्नियां बच गईयां, 2 ही रो बच गईयां, सो इहदा रैंक किन्ना आ गया 2, सिंपल है ना। आप रो वाइज उन्हें बोलिया ही रो एक्वलन फॉर्म बनाओ, रो वाइज इनू ट्रांसफॉर्म करके जिन्नियां जीरो बनदियां, ठीक है, बाकी जो नॉन जीरो बच गई वह की होएगा रैंक। इक्वैलिटी ऑफ टू, इक्वैलिटी ऑफ रो रैंक, कॉलम रैंक एंड रैंक, ये दोनों बराबर होंगे आपस के। प्रूव दैट रो रैंक ऑफ मैट्रिक्स इज सेम एज इट्स रैंक, जिन्ना रैंक होंदा ना एक्चुअली वही रो रैंक है। हुण मेरी गल सुनो, तुसीं इत्थे देखो ये वाला आ, जे मैं कहां रो रैंक देखो, रो रैंक की होंदा किन्नियां नॉन जीरो रो आ, अच्छा नॉन जीरो रो किन्नियां आ गईयां 2, तां भी रैंक 2 आ गया। अच्छा जे आपां उदा देखना होवे भावें नॉन जीरो कॉल, इहदे विच जे आपां देखना होवे उदा ओवरऑल देखना होवे, उस भी आपां की देखदे नॉन जीरो साडियां रो किन्नियां हैगियां, ठीक है, मतलब नॉन जीरोज किन्नियां बचदे। सो नैक्सट देखो ये रैंक ऑफ ए इक्वल टू रो रैंक ऑफ ए इक्वल टू कॉलम रैंक, तीनों ही की रहते बराबर। ये भी ना थ्योरम हैगी है, प्रूव दैट कॉलम, वेट,
प्रूव दैट कॉलम रैंक ऑफ मैट्रिक्स इज सेम एट रैंक, रो रैंक बराबर, ये तुसी डायरैक्ट रिजल्ट ही याद रख लो बस, ये सारा कवर हो रहा। सो बिल्कुल शॉर्ट हैंड नोट्स बनाओ पेपर लिए, ठीक है। द रैंक ऑफ मैट्रिक्स इज इक्वल टू, ये देखो हुन पॉइंट, द रैंक ऑफ मैट्रिक्स इज इक्वल टू मैक्सिमम नंबर ऑफ लीनियरली इंडिपेंडेंट रो, कितनी लीनियरली इंडिपेंडेंट रो हैगी, एंड ऑल्सो मैक्सिमम नंबर ऑफ लीनियरली इंडिपेंडेंट कॉलम। ये बहुत इंपॉर्टेंट पॉइंट हैगा, ठीक है, कि रैंक ऑफ मैट्रिक्स है कि इक्वल टू कि मैक्सिमम कितनियां नंबर ऑफ लीनियर इंडिपेंडेंट रो हैगियां या मैक्सिमम नंबर ऑफ इट्स लीनियरली इंडिपेंडेंट कॉलम, तां ही तीनों आपस में बराबर ही रहंदे, ठीक है। इफ ए इज एनरोड नॉन सिंगुलर मैट्रिक्स एंड रो एज वेल एज कॉलम फॉर्म इट्स लीनियर इंडिपेंडेंट सेट ही बनता है। रैंक ऑफ सम देख लो, वो भी जिदा प्रोडक्ट च भी सीगा, वो भी तो लैस दैन ही रहिंदा सीगा ना, इस सम का जिहड़ा इन्हां दोनों दे कल्ले कल्ले दे प्लस तो घट रहेगा। ये पॉइंट्स डायरैक्ट है, रिजल्ट ही याद रखने तुसीं, इहदी ए बी दित्ता होया, ठीक है। एन रोड स्केयर मैट्रिक्स हैगियां, जिदा उदा कल्ला तो घट सीगा उन्हां तो, पर जे माइनस एन कर दिए फिर ए बी की होएगा, ग्रेटर दैन होएगा। ये डायरैक्ट 3-4 रिजल्ट आ, तुसीं याद रखने हैं, क्लीयर। एक ये देख लो, कुछ फॉर्मूले सी इंपॉर्टेंट था, मैं फिर इन्हां दा भी स्क्रीनशॉट लिए हुए कि तुसीं नोट डाउन कर लो कि भी डायरैक्ट रिजल्ट आ जांदे विच ऑफ द फॉलोइंग इज करैक्ट, ठीक है। सो ये उन्हें डिफाइन कर दिता, ये आप मिनीमम का कंसैप्ट किया सी ना ए बी का, कि वो तो ये छोटा सीगा पर ये तो हुण की हो गया वड्डा, ठीक है, उन्होंने दोनों इकट्ठे एक जगह करके लिख दिता, ठीक है। सो रैंक बहुत ज़्यादा इंपॉर्टेंट हैगा, जो तुसीं शॉर्ट नोट्स बनाओ इन्ना वड्डा नहीं हैगा, सिंपल हैगा। ये पहला मैं तुहानूं डिटर्मिनेंट चैक करना सिखाया, फिर दस्सिया है कि नॉन जीरो रो, देखो नॉन जीरो रो बनाने पेपर से टाइम लग जाता है, इस करके सिंपल है, डिटर्मिनेंट चैक करके करना ईजी हो जाता है। इन केस तुहाडे कोल नहीं हुंदा हैगा दैन तुसीं इक्विवेलेंट का कुछ क्वेश्चन वगैरह आंदा तो तुसीं उहदे अकॉर्डिंग देख लेना, कोई इशू नहीं हैगा, तुसीं जिद्दां मर्जी कर सकते हैं, क्लीयर। सो जी वीडियो पसंद आई मैंने लाइक एंड कमेंट करके जरूर, सो जो क्वेश्चन का मैं आंसर किया वो भी जरूर करो। थैंक्स फॉर वॉचिंग द वीडियो।